ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰਾਂ ਨੇ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ, ਸਤਿਗੁਰੂ ਸਾਨੂੰ ਸਮਝਾਉਂਦੇ ਕਿ ਜੇ ਅਸੀਂ ਜੀਵਨ ਮੁਕਤ ਹੋਣਾ ਚਾਹੁੰਦੇ, ਜੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਆਵਾਗਾਉਣ ਦਾ ਚੱਕਰ ਖਤਮ ਹੋ ਜੇ, ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋ ਜਾਈਏ, ਵਾਰ-ਵਾਰ ਸਾਨੂੰ ਆਕਾਰਾਂ ਦੇ ਵਿੱਚ ਨਾ ਆਉਣਾ ਪਵੇ, ਫਿਰ ਸਾਨੂੰ ਸ਼ਬਦ ਗੁਰੂ ਦੇ ਨਾਲ ਜੁੜਨਾ ਪਏਗਾ, ਸਾਨੂੰ ਨਾਮ ਦੇ ਨਾਲ ਜੁੜਨਾ ਪਏਗਾ। ਸ਼ਬਦ ਗੁਰੂ ਤੋਂ ਬਿਨਾਂ, ਨਾਮ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਬਾਰੀ ਬੇਸ਼ੱਕ ਅਸੀਂ ਲੱਖਾਂ ਸੰਸਾਰ ਦੇ ਐਸੇ ਕਰਮ ਕਰ ਲਈਏ ਵੀ ਜਿਹਨੂੰ ਲੋਕ ਬਹੁਤ ਸਲਾਹੁਣ, ਪਰ ਜੇ ਅਸੀਂ ਅੰਦਰੋਂ ਨਾਮ ਦੇ ਨਾਲ ਨਹੀਂ ਜੁੜੇ ਤੇ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ, ਬਿਨ ਗੁਰ ਸ਼ਬਦ ਨਾ ਛੂਟੀਏ, ਦੇਖੋ ਵਿਚਾਰਾ, ਜੇ ਲਖ ਕਰਮ ਕਮਾਵੇ ਗੁਰ ਬਿਨ ਅੰਧਿਆਰਾ। ਬਈ ਗੁਰੂ ਤੋਂ ਬਿਨਾਂ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਨਹੀਂ ਹੁੰਦਾ। ਗੁਰੂ ਤੋਂ ਬਿਨਾਂ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਗੁਰੂ ਤੋਂ ਬਿਨਾਂ ਸਾਡੀ ਬੁੱਧ ਵਿਵੇਕ ਨਹੀਂ ਹੋ ਸਕਦੀ, ਸਾਨੂੰ ਵਿਵੇਕ ਗਿਆਨ ਨਹੀਂ ਹੋ ਸਕਦਾ। ਮਹਾਰਾਜ ਇਸ ਲਈ ਫਰਮਾਉਂਦੇ, ਬਿਨ ਗੁਰ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਬਈ ਅਸੀਂ ਗੁਰੂ ਤੋਂ ਬਿਨਾਂ ਜੀਵਨ ਮੁਕਤ ਨਹੀਂ ਹੋ ਸਕਦੇ, ਨਾ ਸਾਨੂੰ ਗਿਆਨ ਹੋ ਸਕਦਾ, ਸਾਡੀ ਬੁੱਧ ਵਿਵੇਕ ਹੋ ਸਕਦੀ। ਬੁੱਧ ਵਿਵੇਕ ਕਹਿੰਦੇ ਵੀ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ, ਜਿਨ੍ਹਾਂ ਦਾ ਮਨ ਤ੍ਰੈ ਗੁਣਾਂ ਤੋਂ ਉੱਪਰ ਚਲਾ ਜਾਂਦਾ, ਉਹਨਾਂ ਨੂੰ ਕਹਿੰਦੇ ਵੀ ਇਹਨਾਂ ਦੀ ਬੁੱਧ ਵਿਵੇਕ ਹੋ ਗਈ, ਵੀ ਇਹ ਵਿਵੇਕੀ ਨੇ। ਸਤ ਸੰਗਤ ਨੂੰ
ਪਾਰਸ ਦਾ ਨਾਮ ਦਿੱਤਾ। ਜਦੋਂ ਅਸੀਂ ਸਤਸੰਗ 'ਚ ਆਉਂਦੇ ਫਿਰ ਸਾਡਾ ਮਨ ਜਿਹੜਾ ਪਹਿਲਾਂ ਲੋਹਾ ਰੂਪ ਹੋ ਚੁੱਕਿਆ ਹੁੰਦਾ, ਜਿਹਨੂੰ ਜੰਗਾਲ ਲੱਗ ਜਾਂਦਾ, ਇਹ ਪਾਰਸ ਦੇ ਨਾਲ ਲੱਗ ਕੇ ਫਿਰ ਇਹ ਕਾਂਚਨ ਹੋ ਜਾਂਦਾ, ਇਹ ਸੋਨਾ ਬਣ ਜਾਂਦਾ। ਇਹ ਜਿਹੜੀ ਸਾਡੀ ਮੱਤ ਮਲੀਨ ਹੋ ਚੁੱਕੀ ਹੁੰਦੀ, ਸਾਡੀ ਬੁੱਧ ਜਿਹੜੀ ਫਿਰ ਇਹ ਵਿਵੇਕ ਹੋ ਜਾਂਦੀ, ਸਾਨੂੰ ਵਿਵੇਕ ਗਿਆਨ ਹੋ ਜਾਂਦਾ। ਮਾਰੇ ਫਰਮਾਉਂਦੇ ਸਾਧ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਬਈ ਜਿਵੇਂ ਪਾਰਸ ਦੇ ਨਾਲ ਲੱਗ ਕੇ ਲੋਹਾ ਕੰਚਨ ਹੋ ਜਾਂਦਾ, ਸਾਧ ਸੰਗਤ 'ਚ ਮਿਲ ਕੇ ਸਾਡੀ ਬੁੱਧ ਵਿਵੇਕ ਹੋ ਜਾਂਦੀ, ਸਾਨੂੰ ਵਿਵੇਕ ਗਿਆਨ ਹੋ ਜਾਂਦਾ। ਤੇ ਜਿਹੜੇ ਵਿਵੇਕੀ ਨੇ ਮਹਾਰਾਜ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਜਾ ਕੇ ਪੁੱਛ ਲਓ, ਜੇ ਰੱਬ ਦੇ ਘਰ ਦੀ ਵੀ ਗੱਲ ਪੁੱਛ। ਜੇ ਅਸੀਂ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਪੁੱਛਣਾ, ਅਸੀਂ ਉਹਨਾਂ ਵਿਵੇਕੀਆਂ ਤੋਂ ਪੁੱਛ ਸਕਦੇ। ਮਹਾਰਾਜ ਫਰਮਾਉਂਦੇ ਪੁੱਛੋ ਜਾਏ ਵਿਵੇਕੀਆਂ, ਵੀ ਉਹਨਾਂ ਵਿਵੇਕੀਆਂ ਤੋਂ ਜਾ ਕੇ ਪੁੱਛੋ। ਕੀ ਪੁੱਛਣਾ? ਵੀ ਅਸੀਂ ਕਿਵੇਂ ਪਰਮਾਤਮਾ ਨੂੰ ਮਿਲੀਏ, ਉਹ ਸਾਨੂੰ ਦੱਸ ਦੇਣਗੇ। ਸਾਡੇ ਦੇ ਪਰਮਾਤਮਾ ਦੇ ਵਿੱਚ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ, ਉਹ ਸਾਨੂੰ ਉਹ ਦੱਸ ਦੇਣਗੇ। ਉਹ ਰੁਕਾਵਟਾਂ ਨੂੰ ਅਸੀਂ ਕਿਵੇਂ ਦੂਰ ਕਰਨਾ, ਕਿਵੇਂ ਪਾਸੇ ਹਟਾਉਣਾ, ਉਹ ਸਾਨੂੰ ਭੇਜ ਦੇਣਗੇ। ਫਿਰ ਇਹ ਰਸਤੇ ਉੱਤੇ ਚੱਲਦੇ ਹੋਏ ਸਾਡੇ ਅੰਦਰ ਕੀ ਕੀ ਨਿਸ਼ਾਨੀਆਂ ਪ੍ਰਗਟ ਹੋਣੀਆਂ, ਅੱਗੇ ਸਾਨੂੰ ਪਤਾ ਲੱਗਦਾ ਜਾਵੇ ਵੀ ਸਾਡਾ ਮਾਰਗ ਸਹੀ ਹੈ, ਅਸੀਂ ਸਹੀ ਪੰਥ 'ਤੇ ਚੱਲ ਰਹੇ ਹਾਂ। ਅਤੇ ਉਹ ਸਾਨੂੰ ਨਿਸ਼ਾਨੀਆਂ ਦੱਸੀ ਜਾਣੀਆਂ ਉਹਨਾਂ ਨੇ। ਤਾਂ ਫਿਰ ਸਾਨੂੰ ਕਹਿੰਦੇ ਵੀ ਜੇ ਤੁਸੀਂ ਪੁੱਛਣਾ ਤਾਂ ਉਹਨਾਂ ਵਿਵੇਕੀਆਂ ਤੋਂ ਪੁੱਛ ਲਓ। ਹੁਣ ਇਹੀਓ ਫਿਰ ਸਾਨੂੰ ਸਾਰਾ ਭੇਤ ਦੇਣਾ ਹੁੰਦਾ ਸੰਤਾਂ ਨੇ, ਸਾਧੂਆਂ ਨੇ, ਗੁਰਸਿੱਖਾਂ ਨੇ, ਜਿਹੜੇ ਆਪ ਇਸ ਮਾਰਗ ਦੇ ਉੱਤੇ ਚੱਲੇ। ਉਹਨਾਂ ਨੇ ਫਿਰ ਸਾਨੂੰ ਵੀ ਦੱਸਣਾ ਵੀ ਤੁਸੀਂ ਵੀ ਚੱਲੋ। ਇਹਨੂੰ ਸੰਤ ਮਾਰਗ ਕਹਿੰਦੇ, ਪ੍ਰੇਮ ਦਾ ਮਾਰਗ, ਸੰਤਾਂ ਦਾ ਮਾਰਗ, ਸੰਤਾਂ ਦਾ ਰਸਤਾ, ਪ੍ਰੇਮ ਦਾ ਪੰਥ। ਪੰਥ ਹੁੰਦਾ ਰਸਤਾ ਵੀ ਜਿਹਦੇ ਵਿੱਚ ਪ੍ਰੇਮ ਹੀ ਪ੍ਰੇਮ। ਉਹ ਫਿਰ ਸਾਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਨੇ, ਗੁਰਸਿੱਖਾਂ ਨੇ ਜਿਹੜਾ ਰਸਤਾ ਅਸੀਂ ਭੁੱਲ ਚੁੱਕੇ ਸੀ, ਸਾਨੂੰ ਉਹੀਓ ਰਸਤਾ ਫਿਰ ਵਾਰ-ਵਾਰ ਸਮਝਾਇਆ, ਸਾਨੂੰ ਦ੍ਰਿੜ ਕਰਾਇਆ। ਮਹਾਰਾਜ ਫਰਮਾਉਂਦੇ ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੇ ਗਵਾਰ। ਜਿਹੜਾ ਅਸੀਂ ਪੰਥ ਭੁੱਲ ਚੁੱਕੇ ਹਾਂ, ਉਹ ਪੰਥ ਦੀ ਜਾਣਕਾਰੀ ਫਿਰ ਸਾਨੂੰ ਵਾਰ-ਵਾਰ ਦਿੱਤੀ ਗਈ, ਸਾਨੂੰ ਵਾਰ-ਵਾਰ ਸਮਝਾਇਆ ਕਿ ਬਈ ਤੁਸੀਂ ਇਹ ਪੰਥ ਦੇ ਉੱਤੇ ਚੱਲੋ। ਵੀ ਜੇ ਅਸੀਂ ਕਹਿੰਦੇ ਹਾਂ ਵੀ ਅਸੀਂ ਸਿੱਖ ਹਾਂ ਗੁਰੂ ਦੇ, ਫਿਰ ਸਾਨੂੰ ਕਹਿੰਦੇ ਵੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਬਈ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ, ਇਹਨਾਂ ਦੇ ਦੱਸੇ ਹੋਏ ਪੰਥ ਦੇ ਉੱਤੇ ਚੱਲੋ। ਜੇ ਅਸੀਂ ਇਹਨਾਂ ਦੇ ਦੱਸੇ ਪੰਥ 'ਤੇ ਚੱਲਾਂਗੇ ਅਤੇ ਫਿਰ ਅਸੀਂ ਆਪਦਾ ਜੀਵਨ ਜਿਹੜਾ ਇਹ ਸਫਲ ਕਰਕੇ ਜਾਵਾਂਗੇ। ਜਿਹੜੇ ਗੁਰਮੁਖ ਫਿਰ ਇਹ ਪੰਥ ਦੇ ਉੱਤੇ ਚੱਲੇ, ਉਹਨਾਂ ਦਾ ਮਾਲਕ ਦੇ ਨਾਲ ਮਿਲਾਪ ਹੋ ਗਿਆ। ਜਿਨ੍ਹਾਂ ਦਾ ਮਿਲਾਪ ਹੋ ਗਿਆ, ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ, ਉਹ ਫਿਰ ਸਾਨੂੰ ਵੀ ਦੱਸਦੇ ਵੀ ਤੁਸੀਂ ਵੀ ਇਹ ਮਾਰਗ ਦੇ ਉੱਤੇ ਚੱਲੋ। ਇਸ ਲਈ ਮਹਾਰਾਜ ਕਹਿੰਦੇ ਵੀ ਉਹਨਾਂ ਦਾ ਜੀਵਨ ਵੀ ਸਫਲ
ਜਿਹੜੇ ਇਸ ਮਾਰਗ ਦੇ ਉੱਤੇ ਚੱਲੇ ਤੇ ਜਿਹੜੇ ਉਹਨਾਂ ਦਾ ਸੰਗ ਕਰਦੇ ਨਾਲ ਉਹਨਾਂ ਦਾ ਵੀ ਸਫਲ ਹੋ ਜਾਂਦਾ। ਸਫਲ ਜੀਵਨ ਸਫਲ ਤਾਂ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਨਾਹਦ ਵਾਜੇ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ। ਪ੍ਰਗਟੇ ਗੋਪਾਲ ਮਹਾਤ ਕੇ ਮਾਥੇ, ਨਾਨਕ ਉਧਰੇ ਤਿੰਨ ਕੇ ਸਾਥੀ। ਬਈ ਉਹਨਾਂ ਦਾ ਸੰਗ ਕਰਕੇ ਸਾਡੇ ਮਨ ਦਾ ਵੀ ਆਧਾਰ ਹੋ ਜਾਂਦਾ। ਜਿਹੜੇ ਆਪ ਹੀ ਭਵ ਸਾਗਰ ਤੋਂ ਤਰੇ ਨੇ, ਜੇ ਅਸੀਂ ਉਹਨਾਂ ਦਾ ਬਚਨ ਮੰਨਾਂਗੇ ਤੇ ਅਸੀਂ ਵੀ ਤਰ ਜਾਵਾਂਗੇ। ਤਾਈਓ ਸਾਨੂੰ ਸਾਰਿਆਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ ਵੀ ਸੰਤੋ, ਤੁਸੀਂ ਉਹਨਾਂ ਸੰਤਾਂ ਦਾ ਬਚਨ ਕਮਾਓ ਜਿਹੜੇ ਇਸ ਮਾਰਗ ਤੇ ਚੱਲੇ ਤੇ ਜਿਹੜੇ ਆਪਦੇ ਘਰ ਚਲੇ ਗਏ, ਜਿਨ੍ਹਾਂ ਨੇ ਮਿਲਾਪ ਕਰ ਲਿਆ ਵਾਹਿਗੁਰੂ ਨਾਲ। ਮਾਰੇ ਫਰਮਾਉਂਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਏ। ਜੇ ਅਸੀਂ ਬਚਨ ਕਮਾਈਏ ਸੰਤਾਂ ਦਾ ਤੇ ਅਸੀਂ ਤਰ ਜਾਂਦੇ। ਸੰਤ ਸਾਨੂੰ ਬਚਨ ਕੀ ਕਰਦੇ, ਸਾਨੂੰ ਉਹ ਕੀ ਦੱਸਦੇ, ਸੰਤਾਂ ਨੇ ਕੀ ਸਾਨੂੰ ਸੁਣਾਉਣਾ ਹੁੰਦਾ, ਕੀ ਸਾਨੂੰ ਉਹਨਾਂ ਨੇ ਕਹਿਣਾ। ਸੰਤਾਂ ਦਾ ਜਿਹੜਾ ਮਾਰਗ ਹੈ ਪ੍ਰੇਮ ਦਾ ਮਾਰਗ, ਉਹਨਾਂ ਨੇ ਸਾਨੂੰ ਪਿਆਰ ਹੀ ਪਿਆਰ ਸਿਖਾਉਣਾ। ਉਹਨਾਂ ਨੇ ਸਾਨੂੰ ਪ੍ਰੇਰਨਾ ਵੀ ਤੁਸੀਂ ਇਹ ਪੰਥ ਦੇ ਉੱਤੇ ਚੱਲੋ। ਉਹਨਾਂ ਨੇ ਸਾਨੂੰ ਕੋਈ ਦੁਵਿਧਾ ਦੀ ਗੱਲ ਨਹੀਂ ਸੁਣਾਉਣੀ। ਉਹਨਾਂ ਨੇ ਕੋਈ ਸਾਨੂੰ ਭਰਮ 'ਚ ਨਹੀਂ ਪਾਉਣਾ, ਉਹਨਾਂ ਨੇ ਕੋਈ ਸਾਨੂੰ ਵਹਿਮਾਂ ਭਰਮਾਂ 'ਚ ਨਹੀਂ ਪਾਉਣਾ। ਉਹਨਾਂ ਨੇ ਤਾਂ ਸਾਨੂੰ ਵਹਿਮਾਂ ਭਰਮਾਂ ਤੋਂ ਭਟਕਾਉਣਾ। ਉਹਨਾਂ ਨੇ ਤਾਂ ਸਾਨੂੰ ਸਿੱਧਾ ਮਾਰਗ ਦੱਸਣਾ, ਜਿਹੜਾ ਸਾਡੇ ਘਰ ਨੂੰ ਜਾਂਦਾ, ਮਾਲਕ ਨੂੰ ਮਿਲਾਪ ਦਾ ਰਸਤਾ। ਉਹਨਾਂ ਨੇ ਪਿਆਰ ਦੀ ਕਹਾਣੀ ਕਰਨੀ। ਇਸ ਲਈ ਮਹਾਰਾਜ ਕਹਿੰਦੇ ਆ, ਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੇ ਆਏ। ਵੀ ਇਹ ਜਿਹੜੀ ਅਕਥ ਕਹਾਣੀ ਹੈ ਪ੍ਰੇਮ ਦੀ ਕਹਾਣੀ, ਵੀ ਕੋਈ ਸਾਨੂੰ ਸੁਣਾਵੇ ਪਿਆਰ ਦੀ ਗੱਲ। ਜਿਹੜਾ ਫਿਰ ਇਹ ਪ੍ਰੇਮ ਦੀ ਗੱਲ ਸੁਣਾਉਂਦਾ, ਜਿਹੜਾ ਨਾਮ ਦੀ ਮਹਿਮਾ ਉਸਤਤ ਕਰਦਾ, ਵਡਿਆਈ ਕਰਦਾ, ਉਹ ਫਿਰ ਗੁਰਸਿੱਖਾਂ ਦੇ ਮਨ ਨੂੰ ਬੜਾ ਮਿੱਠਾ ਲੱਗਦਾ। ਮਾਰੇ ਫਰਮਾਉਂਦੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਗੁਰਸਿੱਖਾਂ ਲੱਗੇ ਮਨ ਮਿੱਠਾ। ਉਹਨਾਂ ਨੇ ਇਹ ਨਹੀਂ ਆਖਿਆ ਵੀ ਕੌਣ ਸੁਣਾਵੇ, ਉਹ ਕਹਿੰਦੇ ਕੋਈ ਵੀ ਸੁਣਾਵੇ। ਜਿਹੜਾ ਇੱਕ ਗੁਰਸਿੱਖ ਹੈ ਉਹਦੇ ਮਨ ਨੂੰ ਉਹ ਬਚਨ ਮਿੱਠੇ ਪਿਆਰੇ ਲੱਗਦੇ, ਵੀ ਮੇਰੇ ਪਿਆਰੇ ਦੀ ਗੱਲ ਕਰ ਰਹੇ, ਮਾਲਕ ਦੀ ਗੱਲ ਕਰ ਰਹੇ, ਨਾਮ ਦੀ ਗੱਲ ਕਰ ਰਹੇ। ਇਸ ਵਾਸਤੇ ਫਿਰ ਸੰਤਾਂ ਨੇ ਨਾਮ ਦੀ ਗੱਲ ਕਰਨੀ ਤੇ ਉਹਨਾਂ ਨੇ ਸੱਚ ਦੀ ਮਹਿਮਾ ਕਰਨੀ, ਨਾਮ ਦੀ ਮਹਿਮਾ ਕਰਨੀ। ਉਹਨਾਂ ਨੇ ਫਿਰ ਇਹ ਪ੍ਰੇਮ ਦੀ ਕਹਾਣੀ ਕਰਨੀ, ਜਿਹਨੂੰ ਅਕਥ ਕਹਾਣੀ ਕਹਿੰਦੀ। ਮਹਾਰਾਜ ਇਸ ਲਈ ਫਰਮਾਉਂਦੇ, ਆਪ ਉਹ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਸੰਤਾਂ ਨੇ ਸਾਨੂੰ ਇਹੋ ਭੇਦ ਦੇਣਾ ਹੁੰਦਾ ਵੀ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਤੇ ਕਿਵੇਂ ਅਸੀਂ ਪਰਮਾਤਮਾ ਨੂੰ ਮਿਲ ਸਕਦੇ, ਕਿਵੇਂ ਅਸੀਂ ਮਾਲਕ ਦੇ ਦਰ ਤੇ ਜਾਣਾ, ਕਿਵੇਂ ਅਸੀਂ ਆਪਦੇ ਘਰ ਜਾਣਾ। ਇਹ ਉਹਨਾਂ ਨੇ ਸਾਨੂੰ ਭੇਦ ਦੇਣਾ। ਇਸ ਲਈ ਮਾਰੇ ਫਰਮਾਉਂਦੇ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਉਹਨਾਂ ਨੇ ਇਹ ਕਥ ਕਹਾਣੀ ਕਰ ਮਾਲਕ ਨੂੰ ਮਿਲਾਪ ਦਾ ਸਾਨੂੰ ਰਸਤਾ ਦੱਸਣਾ। ਉਹਨਾਂ ਨੇ ਸਾਨੂੰ ਦੱਸਣਾ ਵੀ ਅਸੀਂ ਪਰਮਾਤਮਾ ਤੋਂ ਕਿਉਂ ਦੂਰ ਹਾਂ, ਸਾਡੀ ਮਾਲਕ ਦੇ ਨਾਲੋਂ ਕਾਹਤੋਂ ਪ੍ਰੀਤ ਟੁੱਟੀ ਹੈ। ਉਹਨਾਂ ਨੇ ਸਾਨੂੰ ਭੇਜ ਦੇਣਾ ਵੀ ਸਾਡੀ ਪ੍ਰੀਤ ਤਾਂ ਟੁੱਟੀ ਹੈ
ਕਿਉਂਕਿ ਅਸੀਂ ਦੁਬਦਾ ਵਸ ਹੋ ਕੇ ਅਸੀਂ ਬੁਰੇ ਬੋਲ ਬੋਲਦੇ ਹਾਂ, ਮੁੱਖ ਦੇ ਵਿੱਚ ਅਸੀਂ ਫਿੱਕਾ ਬੋਲਦੇ ਹਾਂ, ਧਰਮ ਦੀ ਅਗਨ ਮੁੱਖ ਰਾਹੀਂ ਅਸੀਂ ਬਾਹਰ ਸੁੱਟਦੇ ਹਾਂ। ਉਹ ਸਾਡੇ ਦੁਬਦਾ ਦੇ ਬੋਲੇ ਹੋਏ ਬੋਲ ਉਹ ਮਾਲਕ ਨੂੰ, ਪਰਮਾਤਮਾ ਨੂੰ ਭਾਉਂਦੇ ਨਹੀਂ, ਉਹਨੂੰ ਚੰਗੇ ਨਹੀਂ ਲੱਗਦੇ। ਇਸ ਕਰਕੇ ਸਾਡੀ ਜਿਹੜੀ ਪ੍ਰੀਤ ਉਹ ਮਾਲਕ ਨਾਲੋਂ ਟੁੱਟ ਗਈ ਅਤੇ ਉਹਨੇ ਸਾਨੂੰ ਛੱਡ ਦਿੱਤਾ। ਮਾਰੇ ਫਰਮਾਉਂਦੇ ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਬਈ ਸਾਨੂੰ ਉਹਨੇ ਤਾਂ ਛੱਡਿਆ ਕਿਉਂਕਿ ਅਸੀਂ ਦੁਬਦਾ ਵਸ ਹੋ ਗਏ। ਦੁਬਦਾ ਵਸ ਹੋ ਕੇ ਅਸੀਂ ਫਿੱਕੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਜਦੋਂ ਅਸੀਂ ਫਿੱਕੇ ਬੋਲ ਬੋਲਦੇ ਸਾਡਾ ਮਨ ਵੀ ਫਿੱਕਾ, ਸਾਡਾ ਤਨ ਵੀ ਫਿੱਕਾ। ਸਾਨੂੰ ਫਿਰ ਪਰਮਾਤਮਾ ਤਾਂ ਮਿਲਣਾ ਕੀ ਹੈ, ਸਾਨੂੰ ਇਹਦੀ ਸਜ਼ਾ ਮਿਲਦੀ, ਬੜੀ ਸਖਤ ਸਜ਼ਾ ਮਿਲਦੀ ਜਦੋਂ ਅਸੀਂ ਵਾਪਸ ਜਾਂਦੇ। ਮਾਰੇ ਫਰਮਾਉਂਦੇ ਨਾਨਕ ਫਿੱਕਾ ਬੋਲੇ, ਤਨ ਮਨ ਫਿੱਕਾ ਹੋਈ। ਫਿੱਕੋ ਫਿੱਕੀ ਸਦੀਏ ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸਟੀਏ ਮੂੰਹ ਥੁੱਕਾਂ ਫਿੱਕੇ ਪਾਈ। ਫਿੱਕਾ ਮੂਰਖ ਆਖੀਏ ਪਾਣਾ ਲਈ ਸਜਾਈ। ਬਈ ਜਿਹੜੇ ਜੀਵ ਫਿੱਕਾ ਬੋਲ ਬੋਲਦੇ ਉਹਨਾਂ ਨੂੰ ਮੂਰਖ ਆਖਿਆ ਜਾਂਦਾ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਅੰਧ ਗਿਆਨੀ ਕਹਿੰਦੇ। ਮੂਰਖ ਕਹਿੰਦੇ ਵੀ ਇਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਮੁੱਖ ਰਾਹੀਂ ਅਸੀਂ ਫਿੱਕੇ ਬੋਲ ਬੋਲਦੇ ਹਾਂ ਸਾਨੂੰ ਇਹਦੀ ਸਜ਼ਾ ਬੜੀ ਸਖਤ ਮਿਲਦੀ। ਇਸ ਕਰਕੇ ਫਿਰ ਸਾਨੂੰ ਸੰਤਾਂ ਨੇ ਇਹਨਾਂ ਚੀਜ਼ਾਂ ਤੋਂ ਵਰਜਿਤ ਕਰਨਾ। ਬਈ ਜੇ ਤੁਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਫਿਰ ਤੁਸੀਂ ਫਿੱਕੇ ਬੋਲ ਨਾ ਬੋਲੋ। ਤੁਸੀਂ ਦੁਰਮਤ ਦੁਬਦਾ ਦੇ ਬੋਲ ਨਾ ਬੋਲੋ। ਜੇ ਤੁਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਫਿਰ ਤੁਸੀਂ ਕਿਸੇ ਦੀ ਨਿੰਦਿਆ ਨਾ ਕਰੋ, ਨਾ ਕਿਸੇ ਦੀ ਨਿੰਦਿਆ ਸੁਣੋ। ਜਿਹੜੇ ਜੀਵ ਕਿਸੇ ਦੀ ਨਿੰਦਿਆ ਕਰਦੇ ਉਹਨਾਂ ਨੂੰ ਮਨਮੁਖ ਮੂਰਖ ਆਖਿਆ ਜਾਂਦਾ। ਸਜ਼ਾ ਉਹਦੀ ਬੜੀ ਸਖਤ ਹੈ, ਮੂੰਹ ਕਾਲਾ ਕਰਕੇ ਨਰਕਾਂ ਸੁੱਟ ਦਿੰਦੇ। ਮਹਾਰਾਜ ਇਸ ਲਈ ਫਰਮਾਉਂਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਭਵਨ। ਹੁਣ ਜਿਹੜਾ ਨਿੰਦਕ ਜੀਵ ਹੈ ਉਹ ਕਹਿੰਦਾ ਵੀ ਸੱਚੀ ਗੱਲ ਕਹਿਣੀ ਤਾਂ ਨਿੰਦਿਆ ਨਹੀਂ ਹੁੰਦੀ। ਮੈਂ ਤਾਂ ਸੱਚ ਬੋਲ ਰਿਹਾ ਜੀ, ਮੈਂ ਕਿਹੜਾ ਝੂਠ ਬੋਲਦਾ। ਜੋ ਮੈਂ ਸੱਚ ਬੋਲ ਰਿਹਾ ਮੈਂ ਨਿੰਦਿਆ ਨਹੀਂ ਕਰ ਰਹੀ। ਹੁਣ ਉਹਨੂੰ ਇਹ ਨਹੀਂ ਪਤਾ ਵੀ ਸੱਚ ਬੋਲਣਾ ਹੈ ਕੀ ਹੈ, ਸੱਚ ਕਹਿੰਦੇ ਕਿਹਨੂੰ। ਉਹ ਇਸ ਸੰਸਾਰ ਦੇ ਵਿੱਚ ਦੁਬਦਾ ਵਸ ਹੋਇਆ ਆਪਦੇ ਆਪ ਨੂੰ ਸੱਚਾ ਸਮਝਦਾ ਤੇ ਵੈਰ ਵਿਰੋਧ ਦੀ ਗੱਲ ਕਰਦਾ, ਦੁਬਦਾ ਦੀ ਗੱਲ ਕਰਦਾ। ਸਾਨੂੰ ਸਤਿਗੁਰੂ ਸਮਝਾਉਂਦੇ ਵੀ ਸੱਚ ਹੈ ਪਰਮਾਤਮਾ। ਵਾਹਿਗੁਰੂ ਨਿਰੰਕਾਰ ਨੂੰ ਸੱਚ ਆਖਿਆ, ਜਿਹੜਾ ਸਦਾ ਰਹਿਣ ਵਾਲਾ, ਜਿਹੜਾ ਯੁੱਗਾਂ ਤੋਂ ਪਹਿਲਾਂ ਵੀ ਸੀ, ਯੁੱਗਾਂ ਦੇ ਵਿੱਚ ਵੀ, ਹੁਣ ਵੀ ਹੈ ਤੇ ਅੱਗੇ ਵੀ ਸਦਾ ਹੀ ਰਹੇਗਾ। ਮਾਰੇ ਫਰਮਾਉਂਦੇ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੱਚ ਨੂੰ ਵਾਹਿਗੁਰੂ ਆਖੀ। ਜਦੋਂ ਹੁਣ ਆਪਾਂ ਇਹ ਸਿਮਰਨ ਕਰਦੇ ਹਾਂ ਇਹ ਸੱਚ ਹੈ। ਜਦੋਂ ਅਸੀਂ ਸੱਚ ਤੇ ਨਾਮ ਦੀ ਮਹਿਮਾ ਕਰਦੇ ਹਾਂ, ਵਡਿਆਈ ਕਰਦੇ ਹਾਂ, ਇਹ ਸੱਚ। ਜਦੋਂ ਅਸੀਂ ਸੰਸਾਰ ਦੀਆਂ ਗੱਲਾਂ ਕਰਦੇ ਹਾਂ, ਕਿਸੇ ਦੀ ਅਸੀਂ ਉਸਤਤ ਕਰਦੇ ਹਾਂ, ਕਿਸੇ ਦੀ ਅਸੀਂ ਬੁਰਾਈ ਕਰਦੇ ਹਾਂ, ਇਹ ਸਾਰਾ ਝੂਠ। ਜਦੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਸੱਚ ਬੋਲਦੇ ਹਾਂ,
ਅਸਲ ਦੇ ਵਿੱਚ ਉਹ ਸੱਚ ਨਹੀਂ ਹੈ, ਉਹ ਝੂਠ ਹੀ ਬੋਲ ਰਹੀ ਹੈ। ਸੱਚ ਬੋਲਣਾ ਤਾਂ ਹੈ ਮਾਲਕ ਦਾ ਸਿਮਰਨ ਕਰਨਾ, ਉਹਦੀ ਉਸਤਤ ਵਡਿਆਈ ਕਰਨੀ। ਜੀਵ ਝੂਠਾ ਹੋਣ ਕਰਕੇ, ਝੂਠ ਦੇ ਨਾਲ ਜੁੜਿਆ ਹੋਣ ਕਰਕੇ ਉਹ ਝੂਠ ਨੂੰ ਇਸ ਤਰ੍ਹਾਂ ਪਰੋਸਦਾ ਅੱਗੇ, ਇਸ ਤਰ੍ਹਾਂ ਉਹ ਬੋਲਦਾ ਹੈ ਵੀ ਮੈਂ ਸੱਚ ਬੋਲ ਰਿਹਾ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਦੱਸਦੇ ਵੀ ਬੋਲਣਾ ਕੀ ਹੈ। ਫਰਮਾਉਂਦੇ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜੋ ਕਰ ਦੱਸੇ ਬਾਟ, ਮਰੀਦਾ ਜੋਲੀਏ। ਮਹਾਰਾਜ ਕਹਿੰਦੇ ਬੋਲਣਾ ਹੈ ਤੇ ਸੱਚ ਬੋਲੋ, ਧਰਮ ਬੋਲੋ। ਸੱਚ ਨੂੰ ਹੀ ਧਰਮ ਆਖਿਆ, ਵਾਹਿਗੁਰੂ ਨੂੰ ਧਰਮ ਕਹਿੰਦੇ। ਜਿਹੜੀ ਵਾਟ ਸਾਨੂੰ ਗੁਰੂ ਦੱਸ ਰਿਹਾ, ਜਿਹੜਾ ਗੁਰੂ ਦਾ ਮਰੀਦ ਹੈ, ਜਿਹੜਾ ਕਹਿੰਦਾ ਵੀ ਮੈਂ ਗੁਰੂ ਦਾ ਸਿੱਖ ਹਾਂ, ਉਹਨੂੰ ਫਿਰ ਸੱਚ ਬੋਲਣਾ ਚਾਹੀਦਾ, ਉਹਨੂੰ ਝੂਠ ਨਹੀਂ ਬੋਲਣਾ ਚਾਹੀਦਾ। ਸੱਚ ਕੀ ਹੈ? ਪਰਮਾਤਮਾ ਦੀ ਸਿਫਤ ਸਲਾਹ ਵਡਿਆਈ ਕਰਨੀ ਚਾਹੀਦੀ। ਉਹਨੂੰ ਸੰਸਾਰ ਦੀਆਂ ਗੱਲਾਂ ਨਹੀਂ ਸੁਣਾਉਣੀਆਂ ਚਾਹੀਦੀਆਂ ਵੀ ਜਿਹਦੇ ਵਿੱਚ ਦੁਬਦਾ ਵੈਰ ਵਿਰੋਧੀ ਗੱਲ ਹੈ। ਜੋ ਕਹਿੰਦਾ ਵੀ ਮੈਂ ਸੱਚੀ ਗੱਲ ਕਹਿਣੀ, ਨਿੰਦਿਆ ਨਹੀਂ, ਉਹ ਅਸਲ ਦੇ ਵਿੱਚ ਝੂਠ ਹੀ ਬੋਲ ਰਿਹਾ। ਉਹ ਗੁਰੂ ਦੇ ਦੱਸੀ ਬਾਟ 'ਤੇ ਨਹੀਂ ਚੱਲ ਰਿਹਾ। ਗੁਰੂ ਨੇ ਤਾਂ ਸਾਨੂੰ ਦੱਸਿਆ ਵੀ ਤੁਸੀਂ ਸੱਚ ਬੋਲਣਾ, ਤੁਸੀਂ ਸਿਮਰਨ ਕਰਨਾ ਤੇ ਮਾਲਕ ਦੀ ਸਿਫਤ ਸਲਾਹ ਵਡਿਆਈ ਕਰਨੀ। ਸੰਸਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤ੍ਰੈ ਗੁਣਾਂ ਦੀ ਮਾਇਆ ਦੀ, ਇਹਦੇ ਵਿੱਚ ਤਾਂ ਝੂਠ ਹੀ ਝੂਠ। ਜਦੋਂ ਅਸੀਂ ਸੰਸਾਰ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ, ਸਮਝ ਲਓ ਇਹਨੂੰ ਕੱਚੀ ਬਾਣੀ ਕਹਿੰਦੇ, ਅਸੀਂ ਝੂਠ ਬੋਲਣਾ ਸ਼ੁਰੂ ਕਰ ਦਿੱਤਾ। ਜਿਵੇਂ ਹੁਣ ਆਪਾਂ ਇੱਥੇ ਵਿਚਾਰ ਕਰਦੇ, ਆਪਾਂ ਗੁਰਬਾਣੀ ਗੁਰੂ ਦੀ ਗੱਲ ਨੂੰ ਛੱਡ ਕੇ ਮੈਂ ਤੁਹਾਨੂੰ ਬਾਹਰੋਂ ਸੰਸਾਰ ਦੀ ਕੋਈ ਗੱਲ ਸੁਣਾਉਣ ਲੱਗ ਚ, ਸਮਝ ਲਓ ਆਪਾਂ ਝੂਠ ਬੋਲਣਾ ਸ਼ੁਰੂ ਕਰ ਦਿੱਤਾ। ਜਦੋਂ ਸੰਸਾਰ ਦੀ ਗੱਲ ਕਰਾਂਗੇ ਜਿਹਦੇ ਨਾਲ ਮੇਰੇ ਵਿਚਾਰ ਮਿਲਦੇ, ਮੈਂ ਉਹਦੀ ਵਡਿਆਈ ਕਰ ਦਾਂਗਾ। ਜਿਹਦੇ ਨਾਲ ਮੇਰੇ ਵਿਚਾਰ ਨਹੀਂ ਮਿਲਦੇ, ਉਹਦੀ ਮੈਂ ਨਿੰਦਿਆ ਕਰ ਦਾਂਗਾ, ਉਹਦੀ ਮੈਂ ਬੁਰਾਈ ਕਰ ਦਾਂਗਾ। ਹੁਣ ਹੈ ਇਹ ਦੋਵੇਂ ਝੂਠ ਨੇ। ਚਾਹੇ ਮੈਂ ਕਿਸੇ ਦੀ ਉਸਤਤ ਕਰਦਾ, ਉਹ ਵੀ ਝੂਠੀ ਹੈ, ਚਾਹੇ ਬੁਰਾਈ ਕਰਦਾ, ਉਹ ਵੀ ਝੂਠੀ ਹੈ, ਕਿਉਂਕਿ ਹੈ ਹੀ ਝੂਠ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੰਤਾਂ ਨੇ ਸੱਚ ਬੋਲਣਾ। ਸੱਚ ਬੋਲਣਾ ਇਹ ਨਹੀਂ ਵੀ ਉਹਨਾਂ ਨੇ ਦੁਬਦਾ ਦੀ ਗੱਲ ਸੁਣਾ ਕੇ ਸਾਨੂੰ ਕਹਿਣਾ ਵੀ ਅਸੀਂ ਸੱਚ ਬੋਲਦੇ। ਉਹਨਾਂ ਨੇ ਸਾਨੂੰ ਪ੍ਰੇਮ ਦੇ ਪੰਥ 'ਤੇ ਤੋਰਨਾ। ਉਹਨਾਂ ਨੇ ਸਾਨੂੰ ਮਾਲਕ ਦੇ ਘਰ ਅਸੀਂ ਕਿਵੇਂ ਜਾਣਾ ਹੈ, ਕਿਵੇਂ ਅਸੀਂ ਜਿਉਂਦੇ ਜੀ ਮੁਕਤ ਹੋਣਾ, ਕਿਵੇਂ ਅਸੀਂ ਜਿਉਂਦੇ ਜੀ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ, ਉਹਨਾਂ ਨੇ ਸਾਨੂੰ ਇਹ ਮਾਰਗ ਦੱਸਣਾ, ਇਹ ਰਸਤੇ 'ਤੇ ਤੋਰਨਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਜਦੋਂ ਸੰਤਾਂ ਕੋਲ ਜਾਈਏ, ਅਸੀਂ ਸੰਤਾਂ ਨੂੰ ਪੁੱਛਣਾ ਕੀ ਹੁੰਦਾ, ਸੰਤਾਂ ਕੋਲ ਅਸੀਂ ਲੈਣ ਕੀ ਜਾਣਾ। ਸੰਤਾਂ ਤੋਂ ਅਸੀਂ ਇਹੀਓ ਪੁੱਛਣਾ ਹੁੰਦਾ ਵੀ ਤੁਸੀਂ ਸੰਤੋਂ ਤੁਸੀਂ ਮਾਲਕ ਦੇ ਨੌਕਰ ਹੋ, ਚਾਕਰ ਹੋ। ਸੰਤਾਂ ਨੂੰ ਨੌਕਰ ਚਾਕਰ ਕਹਿੰਦੇ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਕਈ ਜੀਵ ਆਪਣੇ ਘਰਾਂ 'ਚ ਨੌਕਰ ਰੱਖ ਲੈਂਦੇ, ਤੇ ਨੌਕਰ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੁੰਦੀ। ਔਰ ਇਸੇ ਤਰ੍ਹਾਂ ਹੀ ਸੰਤਾਂ ਨੂੰ ਨੌਕਰ ਆਖਿਆ ਮਾਲਕ ਦੀ, ਪਰਮੇਸ਼ਰ ਦੇ, ਵਾਹਿਗੁਰੂ ਦੀ। ਉਹਨਾਂ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੈ। ਜਦੋਂ ਮਰਜ਼ੀ ਉਹ ਇਸ ਲੋਕ 'ਚ ਆ ਜਾਣ, ਜਦੋਂ ਮਰਜ਼ੀ ਪਰਲੋਕ ਚਲੇ ਜਾਣ, ਜਦੋਂ ਮਰਜ਼ੀ ਘਰ ਨਿੱਜ ਮਹਿਲ 'ਚ ਚਲੇ ਜਾਣ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਪੁੱਛਣਾ, ਮਾਲਕ ਕਹਿੰਦੇ ਵੀ ਮੇਰੇ ਨੌਕਰਾਂ ਤੋਂ ਪੁੱਛ ਲਓ, ਮੇਰੇ ਚਾਕਰਾਂ ਤੋਂ ਪੁੱਛ ਲਓ। ਸੰਤਾਂ ਨੂੰ ਗੁਰਬਾਣੀ ਗੁਰੂ ਵਿੱਚ ਪਦਾਊ ਵੀ ਕਹਿ ਦਿੱਤਾ। ਮਹਾਰਾਜ ਕਹਿੰਦੇ ਪੁੱਛੋ ਜਾਏ ਪਦਾਊਆਂ, ਚੱਲੇ ਚਾਕਰ ਹੋਏ
ਰਾਜਨ ਜਾਣਨ ਆਪਣਾ ਦਰ ਘਰ ਠਾਕ ਨਾ ਹੋਈ। ਬਈ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਘਰ ਦੇ ਵਿੱਚ। ਜੇ ਤੁਸੀਂ ਕੋਈ ਘਰ ਦੀ ਗੱਲ ਪੁੱਛਣੀ ਹੈ ਮਾਲਕ ਨੂੰ ਮਿਲਾਪ ਦੀ, ਤੇ ਤੁਸੀਂ ਉਹਨਾਂ ਪਦਾਵਾਂ ਤੋਂ ਸੰਤਾਂ ਤੋਂ ਪੁੱਛੋ। ਹੁਣ ਇਹੀਓ ਫਿਰ ਜਦੋਂ ਅਸੀਂ ਉਹਨਾਂ ਕੋਲ ਜਾਈਏ ਅਸੀਂ ਉਹਨਾਂ ਤੋਂ ਪੁੱਛਣਾ ਹੁੰਦਾ। ਕੀ ਪੁੱਛਣਾ? ਮਹਾਰਾਜ ਕਹਿੰਦੇ ਪੁੱਛੋ ਸੰਤੋ ਮੇਰਾ ਠਾਕਰ ਕੈਸਾ, ਹਿਉ ਰਾਪੋਂ ਦਿਓ ਸੰਦੇਸ਼ਾ। ਵੀ ਤੁਸੀਂ ਸੰਤੋਂ ਮਾਲਕ ਦੇ ਘਰ ਦੇ, ਤੁਸੀਂ ਸਾਨੂੰ ਮਾਲਕ ਦਾ ਸੰਦੇਸ਼ਾ ਦਿਓ। ਪਰਮਾਤਮਾ ਅਕਾਲ ਪੁਰਖ ਸਾਨੂੰ ਕੀ ਕਹਿਣਾ ਚਾਹੁੰਦੇ, ਸਾਨੂੰ ਕੀ ਸਮਝਾਉਣਾ ਚਾਹੁੰਦੇ, ਤੁਸੀਂ ਉਹਦਾ ਸੰਦੇਸ਼ਾ ਦੇਵੋ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਸੰਦੇਸ਼ਾ ਲੈ ਕੇ ਜਾਂਦਾ ਉਦੋਂ ਜੀਵ ਇੱਕ ਦੂਸਰੇ ਦਾ ਬਹੁਤ ਸਤਿਕਾਰ ਕਰਦੇ। ਜਦੋਂ ਕੋਈ ਕਿਸੇ ਦਾ ਸੰਦੇਸ਼ਾ ਲੈ ਕੇ ਜਾਂਦਾ ਪਹਿਲਾਂ ਚੰਗੀ ਤਰ੍ਹਾਂ ਉਹਦੇ ਹੱਥ ਪੈਰ ਧਵਾਈ ਜਾਂਦੇ, ਫਿਰ ਉਹਨੂੰ ਮੰਜਾ ਢਾ ਕੇ ਉੱਤੇ ਵਧੀਆ ਬਿਸਤਰਾ ਵਿਛਾ ਕੇ ਫਿਰ ਉਹਦੀ ਪੂਰੀ ਆਓ ਭਗਤ ਕਰਦੀ। ਫਿਰ ਉਹਨੂੰ ਕਹਿੰਦੇ ਵੀ ਹੁਣ ਦੱਸੋ, ਹੁਣ ਦੇਵੋ ਸੰਦੇਸ਼ਾ, ਵੀ ਕੀ ਸੰਦੇਸ਼ਾ ਲੈ ਕੇ ਆਏ। ਹੁਣ ਇਸੇ ਤਰ੍ਹਾਂ ਹੀ ਸੰਤ ਸਾਧੂ ਜਨ ਗੁਰਮੁਖ ਜਦੋਂ ਸੰਸਾਰ 'ਚ ਆਉਂਦੇ ਉਹ ਮਾਲਕ ਦਾ ਸੰਦੇਸ਼ਾ ਦੇਣ ਵਾਸਤੇ ਆਉਂਦੇ। ਬਈ ਪਰਮਾਤਮਾ ਜੋ ਸਾਨੂੰ ਕਹਿਣਾ ਚਾਹੁੰਦਾ ਉਹ ਫਿਰ ਉਹਨਾਂ ਦੇ ਮੁਖ ਰਾਹੀਂ ਕਹਿੰਦਾ, ਮੁਖ ਰਾਹੀਂ ਉਹਨਾਂ ਦੇ ਬੋਲਦਾ ਜਿਨ੍ਹਾਂ ਦਾ ਮਨ ਸਹਿਜ ਵਿੱਚ, ਜਿਨ੍ਹਾਂ ਦਾ ਮਨ ਘਰ ਬੈਠ ਗਏ। ਜਦੋਂ ਆਪਣਾ ਮਨ ਸੁੰਨ ਸਮਾਧੀ ਵਿੱਚ ਬੈਠ ਜਾਂਦਾ ਘਰ ਦੇ ਵਿੱਚ, ਫਿਰ ਜੋ ਮਾਲਕ ਸਾਨੂੰ ਸਮਝਾਉਣਾ ਚਾਹੁੰਦਾ ਉਹ ਗੁਰਮੁਖਾਂ ਦੇ ਮੁਖ ਰਾਹੀਂ ਬੋਲਦਾ। ਮਹਾਰਾਜ ਇਸ ਲਈ ਫਰਮਾਉਂਦੇ ਸੁਨ ਸਹਿਜ ਮੇ ਰਿਹਾ ਸਮਾਈ, ਮਨ ਮਾਧੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਏ। ਜੋ ਫਿਰ ਬੋਲਣਾ ਚਾਹੁੰਦਾ ਮਾਲਕ ਆਪ ਬੋਲਦਾ, ਜੋ ਸਾਨੂੰ ਸੰਦੇਸ਼ਾ ਦੇਣਾ ਚਾਹੁੰਦਾ, ਜੋ ਸਾਨੂੰ ਸਮਝਾਉਣਾ ਚਾਹੁੰਦੇ ਉਹਨਾਂ ਦੇ ਮੁਖ ਰਾਹੀਂ ਫਿਰ ਬੋਲਦੇ। ਤੇ ਇਸ ਕਰਕੇ ਸੰਤ ਜਨ ਸਾਧੂ ਜਨ ਜੋ ਉਹਨਾਂ ਦੇ ਬਚਨ ਹੁੰਦੇ ਉਹ ਵਚਨ ਸਾਡੇ ਸਾਰਿਆਂ ਵਾਸਤੇ ਸਾਂਝੇ ਹੁੰਦੇ, ਕਿਸੇ ਇੱਕ ਵਾਸਤੇ, ਸਾਰੀ ਲੋਕਾਈ ਵਾਸਤੇ, ਸਾਰਿਆਂ ਵਾਸਤੇ ਸਾਂਝਾ ਉਪਦੇਸ਼, ਸਾਰੇ ਮਨਾਂ ਵਾਸਤੇ। ਮਹਾਰਾਜ ਇਸ ਲਈ ਫਰਮਾਉਂਦੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਬਈ ਜੋ ਮਹਾਂਪੁਰਖਾਂ ਦੇ ਬਚਨ ਉਹ ਸਾਰੇ ਜਹਾਨ ਨੂੰ ਸਾਂਝੇ, ਸਾਰਿਆਂ ਦੇ ਮਨਾਂ ਵਾਸਤੇ, ਸਾਰਿਆਂ ਦੇ ਭਲੀ ਵਾਸਤੇ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਰਮਾਤਮਾ ਵਾਹਿਗੁਰੂ ਕਿੱਥੇ ਵਸਦਾ? ਕਹਿੰਦੇ ਸਾਧੂ ਜਨਾਂ ਦੀ ਰਸਨਾ 'ਤੇ, ਕਿਉਂਕਿ ਉਹਨਾਂ ਦੀ ਰਸਨਾ ਦੇ ਆਪ ਬੋਲਦਾ, ਉਹਨਾਂ ਦੇ ਮੁਖ ਰਾਹੀਂ ਆਪ ਬੋਲਦਾ। ਇਸ ਲਈ ਆਪਾਂ ਨੂੰ ਫਰਮਾਉਂਦੇ ਪ੍ਰਭ ਜੀ ਵਸੇ ਸਾਧਕੀ ਰਸਨਾ। ਬਈ ਪਰਮਾਤਮਾ ਕਿੱਥੇ ਵਸਦਾ? ਕਹਿੰਦੇ ਸਾਧੂਆਂ ਦੀ ਰਸਨਾ 'ਤੇ, ਕਿਉਂਕਿ ਉਹਨਾਂ ਦੀ ਰਸਨਾ 'ਤੇ ਆਪ ਬੋਲਦਾ, ਉਹਨਾਂ ਦੇ ਮੁਖ ਦਾ ਆਪ ਇਸਤੇਮਾਲ ਕਰਦਾ। ਹੁਣ ਇਸ ਵਾਸਤੇ ਜਿਨ੍ਹਾਂ ਦੇ ਮੁਖ ਦਾ ਆਪ ਇਸਤੇਮਾਲ ਕਰਦਾ ਉਹਨਾਂ ਨੂੰ ਸੰਤ ਕਹਿੰਦੇ, ਉਹਨਾਂ ਨੂੰ ਸਾਧੂ ਕਹਿੰਦੇ। ਤੇ ਜਦੋਂ ਮਾਲਕ ਬੋਲੇਗਾ ਉਹ ਫਿਰ ਸਾਡੇ ਸਾਰਿਆਂ ਵਾਸਤੇ ਸਾਂਝੇ ਵਚਨ ਹੋਣਗੇ। ਤੇ ਜਦੋਂ ਉਹ ਬੋਲੇਗਾ ਉਹ ਕੋਈ ਦੁਬਦਾ ਦੀ ਗੱਲ ਨਹੀਂ ਕਰੇਗਾ, ਉਹ ਕੋਈ ਸਾਨੂੰ ਵੈਰ ਵਿਰੋਧ ਦੀ ਗੱਲ ਨਹੀਂ ਸਿਖਾਉਣਗੇ। ਉਹਨਾਂ ਨੇ ਤਾਂ ਸਾਨੂੰ ਇਹ ਸਮਝਾਉਣਾ ਵੀ ਅਸੀਂ ਇੱਕੋ ਪਰਮੇਸ਼ਰ ਦੇ ਸਾਰੇ ਬੱਚੇ, ਏਕ ਪਿਤਾ
ਏਕ ਸਕੀਹਾ ਬਾਰਕ। ਹੁਣ ਜਿਵੇਂ ਸੰਸਾਰੀ ਮਾਂ ਪਿਓ ਉਹਨਾਂ ਦੇ ਬੱਚੇ ਹੁੰਦੇ ਨੇ, ਸੰਸਾਰੀ ਮਾਤਾ ਪਿਤਾ ਵੀ ਇਹ ਨਹੀਂ ਚਾਹੁੰਦੇ ਵੀ ਮੇਰੇ ਬੱਚੇ ਆਪਸ ਵਿੱਚ ਲੜਨ, ਆਪਸ ਵਿੱਚ ਅੱਡੋ ਅੱਡੀ ਹੋ ਜਾਣ, ਇੱਕ ਦੂਸਰੇ ਨਾਲ ਵੈਰ ਵਿਰੋਧ ਕਰਨ। ਹੁਣ ਇਸੇ ਤਰ੍ਹਾਂ ਹੀ ਅਸੀਂ ਸਾਰੇ ਬੱਚੇ ਹਾਂ ਅਕਾਲ ਪੁਰਖ ਪਰਮੇਸ਼ਰ ਦੇ। ਜੇ ਹੁਣ ਬੱਚੇ ਆਪਸ ਵਿੱਚ ਲੜਨਗੇ, ਵੈਰ ਵਿਰੋਧ ਕਰਨਗੇ, ਤੇ ਮਾਂ ਪਿਓ ਨੂੰ ਵੀ ਦੁੱਖ ਹੁੰਦਾ। ਸੰਸਾਰੀ ਆਪਾਂ ਲਾ ਲਈਏ, ਭਰਾ ਭਰਾ ਹੁਣ ਆਪਸ ਵਿੱਚ ਲੜਨ ਤੇ ਮਾਂ ਪਿਓ ਨੂੰ ਦੁੱਖ ਹੁੰਦਾ ਹੀ ਹੈ ਵੀ ਕਾਹਤੋਂ ਲੜਦੇ। ਹੁਣ ਇਸੇ ਤਰ੍ਹਾਂ ਹੀ ਅਸੀਂ ਸਾਰੇ ਅਕਾਲ ਪੁਰਖ ਪਰਮੇਸ਼ਰ ਦੇ ਬੱਚੇ। ਜਦੋਂ ਅਸੀਂ ਅਗਿਆਨਤਾ ਵਸ ਦੁਵਿਧਾ ਵਸ ਹੋ ਜਾਂਦੇ, ਫਿਰ ਅਸੀਂ ਇੱਥੇ ਲੜਾਈਆਂ ਝਗੜੇ ਕਰਦੇ, ਕਿਤੇ ਧਰਮਾਂ ਦੇ ਨਾਂ 'ਤੇ, ਕਿਤੇ ਅਸੀਂ ਜਾਤਾਂ ਪਾਤਾਂ ਦੇ ਨਾਂ 'ਤੇ। ਇਸ ਤਰ੍ਹਾਂ ਫਿਰ ਅਸੀਂ ਜਦੋਂ ਆਪਸ ਵਿੱਚ ਲੜਦੇ ਹਾਂ, ਇੱਕ ਦੂਸਰੇ ਨਾਲ ਵੈਰ ਵਿਰੋਧ ਕਰਦੇ, ਫਿਰ ਮਾਲਕ ਨੂੰ ਵੀ ਹੁੰਦਾ ਵੀ ਇਹ ਹੈ ਤਾਂ ਸਾਰੇ ਮੇਰੇ ਬੱਚੇ ਹੀ ਨੇ, ਵੀ ਇੰਨਾ ਅਗਿਆਨਤਾ ਵਿੱਚ ਚਲੇ ਗਏ ਨੇ ਵੀ ਆਪਸ ਵਿੱਚ ਹੀ ਲੜੀ ਜਾਂਦੇ। ਫਿਰ ਅਸੀਂ ਆਪਸ ਵਿੱਚ ਲੜ ਕੇ ਵੈਰ ਵਿਰੋਧ ਕਰਕੇ ਜੇ ਅਸੀਂ ਆਖੀਏ ਵੀ ਅਸੀਂ ਆਪਦੇ ਮਾਤਾ ਪਿਤਾ ਨੂੰ ਖੁਸ਼ ਕਰ ਦਾਂਗੇ, ਤੇ ਅਸੀਂ ਖੁਸ਼ ਨਹੀਂ ਕਰ ਸਕਦੇ। ਜੇ ਅਸੀਂ ਆਖਾਂਗੇ ਵੀ ਅਸੀਂ ਉਹਦੇ ਨਾਲ ਮਿਲਾਪ ਕਰ ਲਾਂਗੇ, ਤੇ ਇਹ ਚੀਜ਼ਾਂ ਨੇ ਸਾਡਾ ਮਿਲਾਪ ਹੋਣ ਹੀ ਨਹੀਂ ਦੇਣਾ। ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਮਾਰਗ ਇਹ ਪਿਆਰ ਦਾ ਹੈ, ਪ੍ਰੇਮ ਦਾ ਬੰਧ। ਜੇ ਅਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਤੇ ਸਾਨੂੰ ਇਹ ਸਾਰਾ ਕੁਝ ਛੱਡਣਾ ਪੈਣਾ, ਕਿਉਂਕਿ ਜੋ ਧਰਮ ਹੈ, ਧਰਮ ਸਾਡਾ ਸਾਰਿਆਂ ਦਾ ਇੱਕੋ ਹੀ। ਧਰਮ ਸਾਨੂੰ ਕੋਈ ਲੜਨਾ ਨਹੀਂ ਸਿਖਾਉਂਦਾ, ਧਰਮ ਸਾਨੂੰ ਕੋਈ ਵੈਰ ਵਿਰੋਧ ਨਹੀਂ ਸਿਖਾਉਂਦਾ। ਧਰਮ ਤਾਂ ਸਾਨੂੰ ਪਿਆਰ ਹੀ ਪਿਆਰ ਸਿਖਾਉਂਦੇ। ਇਹ ਮਹਾਰਾਜ ਸਾਨੂੰ ਕਹਿੰਦੇ ਵੀ ਸਭ ਤੋਂ ਫਿਰ ਸ੍ਰੇਸ਼ਟ ਧਰਮ ਹੈ ਕੀ ਹੈ। ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ, ਨਾਮ ਦੇ ਨਾਲ ਜੁੜ ਜਾਵਾਂਗੇ, ਸਾਡਾ ਮਨ ਨਿਰਮਲ ਹੋ ਜਾਏਗਾ। ਜਦੋਂ ਅਸੀਂ ਮਾਲਕ ਨਾਲ ਜੁੜ ਗਏ ਤੇ ਜਿਹੜੇ ਮਾਲਕ ਦੇ ਗੁਣ ਨੇ ਉਹ ਗੁਣ ਸਾਡੇ 'ਚ ਆ ਜਾਣਗੇ ਤੇ ਅਸੀਂ ਧਰਮੀ ਹੋ ਜਾਵਾਂਗੇ। ਮਹਾਰਾਜ ਇਸ ਲਈ ਫਰਮਾਉਂਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਦੋਂ ਅਸੀਂ ਧਰਮਾਂ ਦੇ ਨਾਂ 'ਤੇ ਲੜਦੇ, ਇਹ ਸਭ ਤੋਂ ਵੱਡੀ ਅਗਿਆਨਤਾ ਹੈ। ਨਾ ਸਾਨੂੰ ਧਰਮ ਦਾ ਭੇਦ ਹੋਣ ਕਰਕੇ, ਨਾ ਸੋਝੀ ਹੋਣ ਕਰਕੇ, ਨਾ ਗੁਰਬਾਣੀ ਗੁਰੂ ਨੂੰ ਮੰਨਣ ਕਰਕੇ, ਤਾਂ ਕਰਕੇ ਫਿਰ ਅਸੀਂ ਅਗਿਆਨਤਾ ਵਸ ਹੋ ਕੇ ਇਹ ਦੁਵਿਧਾ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਜਾਂਦੇ। ਤੇ ਸਾਨੂੰ ਫਿਰ ਸਤਿਗੁਰਾਂ ਨੇ ਇਹੋ ਸਮਝਾਇਆ ਵੀ ਜੋ ਮਾਲਕ ਦੇ ਪਿਆਰੇ ਹੁੰਦੇ, ਉਹਨਾਂ ਨੇ ਸਾਨੂੰ ਕੋਈ ਇਹ ਦੁਵਿਧਾ ਦੇ ਵਿੱਚ ਨਹੀਂ ਲੈ ਕੇ ਜਾਣਾ। ਉਹਨਾਂ ਨੇ ਤਾਂ ਸਾਨੂੰ ਦੱਸਣਾ ਵੀ ਕਿਵੇਂ ਸਮਾਜ ਦੇ ਵਿੱਚ ਸ਼ਾਂਤੀ ਆਵੇ, ਕਿਵੇਂ ਸਾਡੇ ਪਰਿਵਾਰਾਂ ਦੇ ਵਿੱਚ ਸੁੱਖ ਹੋਵੇ, ਸ਼ਾਂਤੀ ਹੋਵੇ, ਤੇ ਅਸੀਂ ਸਾਰੇ ਸੁਖੀ ਵਸੀਏ। ਸਾਡਾ ਜਿਹੜਾ ਇਹ ਕਲਾ ਕਲੇਸ਼ ਇਹ ਖਤਮ ਹੋ ਜੇ। ਤੇ ਇਸ ਵਾਸਤੇ ਫਿਰ ਉਹ ਸਾਨੂੰ ਸਿਮਰਨ ਅਭਿਆਸ ਦੱਸਦੇ ਬਈ ਜਦੋਂ ਅਸੀਂ ਸਿਮਰਨ ਕਰਾਂਗੇ, ਸਾਡਾ ਇਹ ਕਲਾ ਕਲੇਸ਼ ਮਿਟ ਜੇਗਾ ਤੇ ਅਸੀਂ ਸੁਖੀ ਹੋ ਜਾਵਾਂਗੇ। ਮਹਾਰਾਜ ਫਰਮਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵੋ। ਬਈ ਇਹ ਕਲਾ ਕਲੇਸ਼ ਸਾਡਾ ਸਿਮਰਨ ਕਰਕੇ ਹੀ ਖਤਮ ਹੋਣਾ, ਨਹੀਂ ਤਾਂ ਇਹ ਖਤਮ ਨਹੀਂ ਹੋ ਸਕਦਾ। ਤੇ ਸੰਤਾਂ ਨੇ ਇਹੋ ਸਾਨੂੰ ਫਿਰ ਸਿਮਰਨ ਕਰਾਉਣਾ ਹੁੰਦਾ। ਉਹਨਾਂ ਨੇ ਆਪ ਵੀ ਕਰਨਾ ਤੇ ਆਪਾਂ ਨੂੰ ਵੀ ਕਰਾਉਣਾ। ਮਹਾਰਾਜ ਇਸ ਲਈ ਫਰਮਾਉਂਦੇ ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਆਪਣਾ ਨਾਮ ਜਪਾਵੋ। ਉਹਨਾਂ ਨੇ ਆਪ ਵੀ ਜਪਣਾ ਤੇ ਆਪਾਂ ਨੂੰ ਵੀ ਜਪਾਉਣਾ। ਤੇ ਮਹਾਰਾਜ ਕਹਿੰਦੇ ਵੀ ਜਿਹੜਾ ਸਿੱਖ
ਆਪ ਵੀ ਜਪਦਾ ਤੇ ਹੋਰਾਂ ਨੂੰ ਵੀ ਜਪਾਉਂਦਾ। ਇਸੇ ਗੁਰਸਿੱਖ ਦੀ ਅਸੀਂ ਵੀ ਧੂੜੀ ਮੰਗਦੇ। ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਇਸ ਵਾਸਤੇ ਵੀ ਤਾਂ ਕਿ ਜਿਹੜੀ ਦੁਰਮਤ ਦੀ ਮੈਲ ਸਾਡੇ ਮਨ ਤੇ ਲੱਗੀ ਇਹ ਮੈਲ ਉਤਰ ਜੇ। ਜੋ ਸਾਡੇ ਅੰਦਰ ਦੁਬਦਾ ਪੈ ਵੀ ਚੁੱਕੀ ਹੈ, ਕਲਾ ਕਲੇਸ਼ ਪੈ ਵੀ ਚੁੱਕੇ, ਉਹ ਸਾਡੇ ਅੰਦਰੋਂ ਖਤਮ ਹੋ ਜੇ। ਇਸ ਵਾਸਤੇ ਫਿਰ ਆਪਾਂ ਇਹ ਸੰਗਤ ਕਰਦੇ ਹਾਂ ਤੇ ਇਹ ਦੁਬਦਾ ਨੂੰ ਖਤਮ ਕਰਨ ਵਾਸਤੇ ਅਭਿਆਸ ਕਰਦੇ। ਮਹਾਰਾਜ ਨੇ ਜੋ ਆਪਾਂ ਨੂੰ ਇਹ ਤਰੀਕਾ ਦੱਸਿਆ ਦੁਬਦਾ ਨੂੰ ਖਤਮ ਕਰਨ ਦਾ, ਫਰਮਾਉਂਦੇ ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸੋਭਾ ਵਿਛਾਈ। ਐਨ ਵਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨ ਲਾਗੇ ਪੀਰ। ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਇਕੱਠੇ ਹੋ ਕੇ ਸਿਮਰਨ ਕਰਾਂਗੇ, ਜਿਹੜੀ ਦੁਬਦਾ ਸਾਡੇ ਮਨ 'ਚ ਪਈ ਹੈ ਉਹ ਦੁਬਦਾ ਖਤਮ ਹੋ ਜਾਏਗੀ। ਸਾਡੀ ਇੱਕ ਮੱਤ ਹੋ ਜਾਏਗੀ, ਸਾਡੇ ਵਿਚਾਰ ਇੱਕ ਹੋ ਜਾਣਗੇ। ਜਦੋਂ ਸਾਡੇ ਵਿਚਾਰ ਇੱਕ ਹੋ ਗਏ ਤੇ ਸਮਝ ਲਓ ਵੀ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਪਏ। ਤਾਈਆਂ ਮਾਰੇ ਸਾਨੂੰ ਕਹਿੰਦੇ ਵੀ ਗੁਰਬਾਣੀ ਇੱਕ, ਸ਼ਬਦ ਗੁਰੂ ਨਾਮ ਇੱਕ। ਫਿਰ ਸਾਡੀ ਵਿਚਾਰ ਵੀ ਤਾਂ ਇੱਕੋ ਹੀ ਹੋਣੀ ਚਾਹੀਦੀ, ਵਿਚਾਰ ਵੱਖੋ ਵੱਖਰੀ ਕਾਹਤੋਂ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਾਡੀ ਵਿਚਾਰ ਫੇਰ ਇੱਕ ਹੋਏਗੀ ਜਦੋਂ ਅਸੀਂ ਗੁਰੂ ਦਾ ਬਚਨ ਮੰਨਾਂਗੇ। ਜੇ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ ਫੇਰ ਸਾਡੇ ਵਿਚਾਰਧਾਰਾ ਇੱਕ ਹੋਣਗੀ ਸਾਰਿਆਂ ਦੀ, ਨਹੀਂ ਤਾਂ ਸਾਡੇ ਵਿਚਾਰ ਇੱਕ ਨਹੀਂ ਹੋ ਸਕਦੇ। ਤਾਈਆਂ ਮਾਰੇ ਫਰਮਾਉਂਦੇ ਗੁਰ ਕਹਿਆ, ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਜਿਹੜੀ ਕਾਰ ਹੀ ਸਾਨੂੰ ਗੁਰੂ ਕਹਿ ਰਹੇ ਲੱਗਣ ਨੂੰ ਵੀ ਤੁਸੀਂ ਉਹ ਕਾਰ ਕਮਾਵੋ, ਉਹ ਕਾਰ ਫਿਰ ਸਾਨੂੰ ਦੱਸਦੇ ਵੀ ਸਿਮਰਨ ਕਰ। ਜਦੋਂ ਹੁਣ ਅਸੀਂ ਸਿਮਰਨ ਕਰਾਂਗੇ ਫਿਰ ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ, ਫਿਰ ਸਾਡੀ ਇੱਕ ਮੱਤ ਹੋਣੀ। ਜਦ ਤੱਕ ਸਾਡਾ ਮਨ ਵਿਚਾਰਾਂ 'ਚ, ਉਹਨਾਂ ਸਮਾਂ ਸਭ ਦੇ ਵਿਚਾਰ ਵੱਖੋ ਵੱਖਰੇ, ਇੱਕ ਦੂਸਰੇ ਨਾਲ ਸਾਡੇ ਵਿਚਾਰ ਨਹੀਂ ਰਲਣਗੇ, ਵਿਚਾਰਾਂ ਦਾ ਟਕਰਾਅ ਹੋਏਗਾ। ਜਦੋਂ ਸਾਡੇ ਇੱਕ ਦੂਸਰੇ ਨਾਲ ਵਿਚਾਰ ਨਹੀਂ ਮਿਲਦੇ ਫਿਰ ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼ ਅਤੇ ਫਿਰ ਪਰਿਵਾਰ 'ਚ ਕਲੇਸ਼, ਫਿਰ ਸਾਡੇ ਅੰਦਰ ਦੁਬਦਾ ਹੁੰਦੀ। ਜਦੋਂ ਸਾਡਾ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਹੋਏਗਾ ਫਿਰ ਸਾਡੇ ਅੰਦਰ ਦੁਬਦਾ ਪੈਦਾ ਹੋਏਗੀ। ਅਤੇ ਜੇ ਅਸੀਂ ਦੁਬਦਾ 'ਚ ਚਲੇ ਗਏ ਫਿਰ ਅਸੀਂ ਆਪਦਾ ਆਪਣਾ ਵਿਚਾਰਨਾ ਛੱਡ ਦਾਂਗੇ। ਫਿਰ ਅਸੀਂ ਦੂਜੇ ਬਾਰੇ ਸੋਚੀ ਜਾਂਦੇ ਹਾਂ ਵੀ ਇਹਨੇ ਮੈਨੂੰ ਆਹ ਬੋਲ ਕਿਉਂ ਬੋਲੇ। ਅਤੇ ਅਸੀਂ ਆਪਦਾ ਵਿਚਾਰਨਾ ਛੱਡ ਕੇ ਫਿਰ ਦਿਨ ਰਾਤ ਉਹਦੇ ਬਾਰੇ ਹੀ ਸੋਚੀ ਜਾਵਾਂਗੇ। ਉਹਨੂੰ ਕਹਿੰਦੇ ਦੁਬਦਾ। ਜਿਹੜੇ ਮਨ ਨੂੰ ਚੁੰਬੜ ਜਾਂਦੀ ਉਹਨੂੰ ਕਮਲਾ ਕਰ ਦਿੰਦੀ, ਉਹਨੂੰ ਬੌਰਾ ਕਰ ਦਿੰਦੀ। ਫਿਰ ਇਹ ਦੁਬਦਾ 'ਚ ਪੈ ਕੇ ਜੀਵ ਇਹ ਆਪਦਾ ਜਿਹੜਾ ਜੀਵਨ ਇਹ ਸਾਰਾ ਵਿਅਰਥ ਖਰਾਬ ਕਰ ਲੈਂਦਾ। ਮਹਾਰਾਜ ਇਸ ਲਈ ਫਰਮਾਉਂਦੇ ਦੁਬਦਾ ਬੌਰੀ ਮਨ ਬਰਾਇਆ, ਝੂਠੇ ਲਾਲਚ ਜਨਮ ਗਵਾਇਆ, ਲਿਵਟ ਰਹੀ ਹੁਣ ਬੰਦ ਨਾ ਪਾਇਆ। ਮਹਾਰਾਜ ਕਹਿੰਦੇ ਵੀ ਜੇ ਇਹ ਦੁਬਦਾ ਚੁੰਬੜ ਗਈ ਸਾਡੇ ਮਨ ਨੂੰ, ਇਹਨੇ ਮਨ ਨੂੰ ਬੌਰਾ ਕਰ ਦੇਣਾ, ਇਹਨੇ ਕਮਲਾ ਕਰ ਦੇਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਦੁਬਦਾ ਤੋਂ ਬਚੋ, ਅਤੇ ਬਚਣ ਵਾਸਤੇ ਕਹਿੰਦੇ ਸਿਮਰਨ ਕਰਦੇ ਰਹੋ ਅਤੇ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਨਾ ਕਰੋ। ਜੇ ਅਸੀਂ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਕਰਾਂਗੇ ਨਹੀਂ ਅਤੇ ਸਾਡੇ ਅੰਦਰ ਦੁਬਦਾ ਆਉਣੀ ਹੀ। ਦੁਬਦਾ ਆਉਂਦੀ ਹੀ ਉਦੋਂ
ਜਦੋਂ ਅਸੀਂ ਇੱਕ ਦੂਸਰੇ ਨਾਲ ਵਿਚਾਰਾਂ ਦਾ ਟਕਰਾਅ ਕਰਦੇ, ਇੱਕ ਕੁਛ ਹੋਰ ਕਹਿੰਦਾ, ਅਸੀਂ ਕੁਛ ਹੋਰ ਕਹਿੰਦੇ, ਫਿਰ ਸਾਡੇ ਅੰਦਰ ਇਹ ਦੁਵਿਧਾ ਪੈਦਾ ਹੁੰਦੀ। ਜਦੋਂ ਸਾਡੇ ਵਿਚਾਰ ਨਹੀਂ ਮਿਲਦੇ ਇੱਕ ਦੂਸਰੇ ਨਾਲ, ਤੇ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਹੜਾ ਜੀਵ ਹੁਣ ਸਿਮਰਨ ਨਹੀਂ ਕਰਦਾ, ਉਹਨੂੰ ਤਾਂ ਪਤਾ ਹੀ ਨਹੀਂ ਵੀ ਵਿਚਾਰਾਂ ਨੂੰ ਕਿਵੇਂ ਮਿਲਾਉਣਾ। ਉਹ ਤਾਂ ਫਿਰ ਦੁਵਿਧਾ 'ਚ ਜਾਏਗਾ ਹੀ ਜਾਏਗਾ, ਵੈਰ ਵਿਰੋਧ 'ਚ ਜਾਏਗਾ ਹੀ। ਆਪਾਂ ਨੂੰ ਸਤਿਗੁਰਾਂ ਨੇ ਸੋਝੀ ਦੇ ਦਿੱਤੀ, ਆਪਾਂ ਨੂੰ ਭੇਦ ਦੇ ਦਿੱਤਾ ਵੀ ਉਹ ਵੈਰ ਵਿਰੋਧ 'ਚ ਜਾਏਗਾ, ਆਪਾਂ ਨਹੀਂ ਜਾਣਾ। ਵੀ ਉਹ ਜੇ ਵਿਚਾਰਾਂ ਦਾ ਟਕਰਾਅ ਸਾਡੇ ਨਾਲ ਕਰਨਾ ਵੀ ਚਾਹੇਗਾ, ਆਪਾਂ ਕਰਨਾ ਹੀ ਨਹੀਂ ਅੱਗੇ। ਜਿਵੇਂ ਉਹ ਕਹਿੰਦਾ ਉਹਨੂੰ ਕਹੋ ਸਤ ਬਚਨ 'ਚ, ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ ਲਓ। ਜਦੋਂ ਆਪਾਂ ਅੱਗਿਓਂ ਸਤ ਵਚਨ ਕਹਿ ਦਾਂਗੇ ਤੇ ਆਪਣਾ ਵਿਚਾਰਾਂ ਦਾ ਟਕਰਾਅ ਨਹੀਂ ਹੋਏਗਾ। ਤੇ ਜੇ ਆਪਾਂ ਕਹਿ ਦਿੱਤਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਨਹੀਂ ਠੀਕ, ਇੱਦਾਂ ਕਰ ਲਈਏ, ਤੇ ਆਪਣੀ ਕਹੀ ਹੋਈ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗਣੀ। ਚਾਹੇ ਆਪਾਂ ਠੀਕ ਹੀ ਆਖੀਏ, ਫਿਰ ਵੀ ਜਿਹੜੇ ਜੀਵ ਦੇ ਅੰਦਰ ਦੁਵਿਧਾ ਹੈ, ਉਹਨੂੰ ਆਪਣਾ ਚੰਗਾ ਆਖਿਆ ਹੋਇਆ ਵੀ ਚੰਗਾ ਨਹੀਂ ਲੱਗਦਾ। ਤਾਂ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਮਨਮੁਖ ਜੀਵ ਹੈ, ਵੀ ਉਹਦੀ ਜਿਹੜੀ ਅਵਸਥਾ ਅਸੀਂ ਆਪਦੀਆਂ ਅੱਖਾਂ ਦੁਆਰਾ ਦੇਖੀ ਹੈ, ਵੀ ਉਹਨੂੰ ਜਿਹੜਾ ਅੰਮ੍ਰਿਤ ਹੈ ਉਹ ਤਾਂ ਕੌੜਾ ਲੱਗਦਾ, ਜਿਹੜੀ ਬਿਖ ਜ਼ਹਿਰ ਹੈ ਉਹਨੂੰ ਮਿੱਠੀ ਲੱਗਦੀ। ਜੇ ਆਪਾਂ ਉਹਦੇ ਕੋਲ ਨਾਮ ਦੀ ਗੱਲ ਕਰਾਂਗੇ, ਮਾਲਕ ਦੀ ਗੱਲ ਕਰਾਂਗੇ, ਉਹਨੂੰ ਚੰਗੀ ਨਹੀਂ ਲੱਗਣੀ, ਉਹਨੂੰ ਡੰਗ ਵੱਜਦਾ। ਮਹਾਰਾਜ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਗਤ ਕੀ ਬਿਦ ਨੈਣੋਂ ਡੀਕਟੀ, ਕੂੜ ਕਾਵਟ ਹੰਕਾਰ ਰੁਝਾਨਾ, ਨਾਮ ਸੁਣਤ ਜਨ ਵਿਛੁੜ ਸਨ। ਬਈ ਜੇ ਆਪਾਂ ਉਹਦੇ ਕੋਲ ਨਾਮ ਦੀ ਗੱਲ ਵੀ ਕਰੀਏ ਤੇ ਉਹਨੂੰ ਇਉਂ ਲੱਗਦਾ ਵੀ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ ਉੱਥੇ, ਉਹਨੂੰ ਚੰਗਾ ਨਹੀਂ ਲੱਗਦਾ। ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਇਹੋ ਜਿਹੇ ਲੋਕਾਂ ਤੋਂ ਵੀ ਡਰ ਕੇ ਰਹੀਏ, ਜਿਹੜੇ ਭਗਤੀ ਤੋਂ ਬਾਝ ਨੇ, ਜਿਹੜੇ ਸਿਮਰਨ ਨਹੀਂ ਕਰਦੇ, ਜਿਹੜੇ ਸਤ ਸੰਗਤ ਨਹੀਂ ਕਰਦੇ। ਮਹਾਰਾਜ ਕਹਿੰਦੇ ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਬਈ ਜਿਹੜੇ ਭਗਤੀ ਤੋਂ ਬਾਂਝ ਨੇ, ਜਿਹੜੇ ਸਿਮਰਨ ਨਹੀਂ ਕਰਦੇ, ਜਿਹੜੇ ਸਤ ਸੰਗਤ ਨਹੀਂ ਕਰਦੇ, ਉਹਨਾਂ ਦੇ ਮੁੱਖ 'ਚ ਅੱਗ ਰੱਖੀ, ਉਹਨਾਂ ਦਾ ਪਤਾ ਹੀ ਕੁਛ ਨਹੀਂ ਉਹਨੇ ਬੋਲਣਾ ਕੀ। ਕਿਉਂਕਿ ਉਹ ਦੁਵਿਧਾ ਵੱਸ ਹੋਏ ਹੋਏ, ਕਮਲੇ ਹੋਏ ਹੋਏ, ਕਮਲੇ ਨੂੰ ਨਹੀਂ ਪਤਾ ਵੀ ਮੈਂ ਕੀ ਬੋਲਣਾ। ਤੇ ਆਪਾਂ ਨੂੰ ਕਹਿੰਦੇ ਵੀ ਉਹਨਾਂ ਤੋਂ ਅਸੀਂ ਵਿਚਾਰ ਰੱਖਣਾ। ਉੱਥੇ ਜਿਵੇਂ ਆਪਾਂ ਦੇਖਦੇ ਵੀ ਸੰਸਾਰ 'ਚ ਕੋਈ ਕਮਲਾ ਜੀਵ ਹੁੰਦਾ, ਜਿਹੜਾ ਸਿਆਣਾ ਹੈ ਉਹ ਕਮਲੇ ਤੋਂ ਪਾਸਾ ਵੱਟ ਜਾਂਦਾ ਵੀ ਕਮਲੇ ਦਾ ਪਤਾ ਕੁਛ ਨਹੀਂ ਕੀ ਬੋਲਦਾ, ਵੀ ਇਹਦਾ ਇਹ ਵੀ ਨਹੀਂ ਪਤਾ ਵੀ ਕੋਈ ਚੱਕ ਕੇ ਮਾਰੇ ਹੀ ਨਾ, ਕਿਉਂ ਕਮਲਾ ਹੈ। ਹੁਣ ਇਸੇ ਤਰ੍ਹਾਂ ਹੀ ਨਾਮ ਤੋਂ ਬਿਨਾਂ ਸਾਡੇ ਮਨ ਨੇ ਜਿਹੜੇ ਕਮਲੇ ਹੋਏ ਫਿਰਦੇ। ਮਹਾਰਾਜ ਇਸ ਲਈ ਫਰਮਾਉਂਦੇ ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਨਾਮ ਤੋਂ ਬਿਨਾਂ ਇਹ ਮਨ ਕਮਲੇ ਹੋ ਚੁੱਕੇ, ਤੇ ਕਮਲੇ ਆਪ ਮਹਾਰੀ ਬੋਲੀ ਜਾਂਦੇ। ਜਿਵੇਂ ਕਮਲਾ ਜੀਵ ਆ ਨਾ, ਉਹ ਬੋਲੀ ਜਾਂਦਾ, ਉਹ ਕਈ ਵਾਰੀ ਪਤਾ ਹੀ ਲੱਗਦਾ ਵੀ ਕੀ ਬੋਲ ਰਿਹਾ, ਉਹ ਲਗਾਤਾਰ ਬੋਲੀ ਜਾਂਦਾ, ਕੁਛ ਨਾ ਕੁਛ ਇਕੱਲਾ ਹੀ ਬੋਲੀ ਜਾਂਦਾ। ਇਹ ਇਸੇ ਤਰ੍ਹਾਂ ਹੀ ਮਨ ਕਮਲਾ ਹੋਇਆ ਹੋਇਆ, ਬੋਲੀ ਜਾਂਦਾ, ਕੁਛ ਨਾ ਕੁਛ ਵਿਚਾਰ ਫੁਰਨੇ ਲਈ ਜਾਂਦਾ, ਭੱਜਿਆ ਹੀ ਫਿਰਦਾ। ਹੁਣ ਤਾਂ ਫਿਰ ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾਂ ਇਹ ਮਨ ਨੇ ਜਿਹੜੇ ਕਮਲੇ ਹੋਏ ਹੋਏ ਨੇ, ਤੇ ਕਮਲੇ ਨੂੰ ਹੁਣ ਕੀ ਆਖੀ। ਕਮਲੇ ਦਾ ਜੀਵ ਗੁੱਸਾ ਵੀ ਨਹੀਂ ਕਰਦਾ, ਜਿਹੜਾ ਸਿਆਣਾ ਹੈ ਉਹ ਕਮਲੇ ਦਾ ਗੁੱਸਾ ਨਹੀਂ ਕਰਦਾ, ਵੀ ਇਹਦਾ ਗੁੱਸਾ ਕੀ ਕਰਨਾ। ਕਿਉਂਕਿ ਜਦੋਂ ਇਹਨੂੰ ਪਤਾ ਹੀ ਨਹੀਂ, ਹੋਇਆ ਹੀ ਕਮਲਾ ਹੋਏ,
ਇਸ ਕਰਕੇ ਫਿਰ ਸਤਿਗੁਰਾਂ ਦੀ ਬਾਣੀ ਸਾਨੂੰ ਕਮਲਿਆਂ ਤੋਂ ਸਿਆਣੀ ਕਰਦੀ। ਮਹਾਰਾਜ ਕਹਿੰਦੇ ਵੀ ਉਹ ਪਾਂਧਾ ਧਨ ਹੈ। ਪਾਂਧਾ ਕਹਿੰਦੇ ਪੜ੍ਹਾਉਣ ਵਾਲੇ ਨੂੰ, ਬਈ ਜਿਹਨੇ ਸਾਨੂੰ ਕਮਲਿਆਂ ਤੋਂ ਸਿਆਣੇ ਕਰਤਾ। ਮਹਾਰਾਜ ਕਹਿੰਦੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ, ਜਿਨ ਹਰ ਉਪਦੇਸ਼ ਦੇ ਧੀਏ ਸਿਆਣੇ। ਬਈ ਜਿਹਨੇ ਹਰੀ ਦਾ ਮਾਲਕ ਦਾ ਉਪਦੇਸ਼ ਦੇ ਕੇ ਕਮਲਿਆਂ ਤੋਂ ਸਿਆਣੇ ਕਰ ਦਿੱਤਾ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਤ ਸੰਗਤ ਦੀ ਵਡਿਆਈ ਹੈ। ਸਤ ਸੰਗਤ ਨੂੰ ਤਾਂ ਕਰਕੇ ਫਿਰ ਕਹਿੰਦੇ ਵੀ ਇਹ ਪਾਰਸ ਹੈ, ਵੀ ਜਿਹਦੇ ਵਿੱਚ ਆ ਕੇ ਸਾਡਾ ਮਨ ਕਮਲਾ ਹੋਇਆ ਵੀ ਇਹ ਸਿਆਣਾ ਹੋ ਜਾਂਦਾ। ਸਾਡੀ ਜਿਹੜੀ ਬੁੱਧ ਇਹ ਵਿਵੇਕ ਹੋ ਜਾਂਦੀ, ਸਾਨੂੰ ਵਿਵੇਕ ਗਿਆਨ ਹੋ ਜਾਂਦਾ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਬਿਨਾਂ ਭਾਗਾਂ ਤੋਂ ਇਹ ਸਤ ਸੰਗਤ ਨਹੀਂ ਲੱਭਦੀ, ਤੇ ਸਤ ਸੰਗਤ ਤੋਂ ਬਿਨਾਂ ਸਾਡਾ ਮਨ ਹੈ ਜਿਹੜਾ ਮੈਲ ਦੇ ਨਾਲ ਭਰਿਆ ਰਹਿੰਦਾ, ਇਹ ਸ਼ੁੱਧ ਨਹੀਂ ਹੋ ਸਕਦਾ। ਫਰਮਾਉਂਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਬਈ ਬਿਨਾਂ ਭਾਗਾਂ ਤੋਂ ਸੰਗਤ ਨਹੀਂ ਲੱਭਦੀ, ਤੇ ਸੰਗਤ ਤੋਂ ਬਿਨਾਂ ਮੈਲ ਦੇ ਨਾਲ ਭਰਿਆ ਹੋਏ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਤ ਸੰਗਤ ਦੀ ਵਡਿਆਈ ਹੈ। ਸਤ ਸੰਗਤ ਨੂੰ ਸਤਿਸਰ ਸਰੋਵਰ ਦਾ ਨਾਮ ਦਿੱਤਾ, ਜਿਸੇ ਆ ਕੇ ਸਾਡਾ ਮਨ ਤੇ ਸਾਡੇ ਮਨ ਦਾ ਤਨ ਦੋਵੇਂ ਧੋਤੇ ਜਾਂਦੇ। ਜਦੋਂ ਇੱਕ ਜਾਣਾ ਆਪਾਂ ਸ਼ਬਦ ਦੀ ਵਿਚਾਰ ਕਰਦੇ, ਬਾਕੀ ਧਿਆਨ ਦੇ ਨਾਲ ਸੁਣਦੇ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਇਹਦੇ ਨਾਲ ਵੀ ਸਾਡਾ ਮਨ ਧੋਤਾ ਜਾਂਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਨ, ਮਨ ਤਨ ਭਈ ਅਰੋਗਾ। ਹੁਣ ਆਓ ਕਿਵੇਂ ਅਸੀਂ ਮਨ ਨੂੰ ਧੋਣਾ, ਕਿਵੇਂ ਇਹਦਾ ਇਸ਼ਨਾਨ ਹੋਣਾ, ਉਹਦੇ ਵਾਸਤੇ ਜੋ ਆਪਾਂ ਨੂੰ ਸਤਿਗੁਰੂ ਸਵਾਸ ਗਿਰਾਸੀ ਸਿਮਰਨ ਅਭਿਆਸ ਦੱਸ ਰਹੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਇਹ ਆਪਾਂ ਹੁਣ ਵੱਧ ਤੋਂ ਵੱਧ ਅਭਿਆਸ ਕਰਨਾ ਹੁੰਦਾ। ਬਹਿੰਦੇ ਉੱਠਦੇ ਕੰਮ ਕਾਰ ਕਰਦੇ ਇਹ ਅਸੀਂ ਸ਼ਬਦ ਦਾ ਮਨ ਨੂੰ ਆਸਰਾ ਦੇਣਾ, ਤਾਂ ਕਿ ਸਾਡਾ ਮਨ ਵਿਚਾਰਾਂ 'ਚ ਨਾ ਜਾਵੇ, ਫੁਰਨਿਆਂ 'ਚ ਨਾ ਜਾਵੇ, ਦੁਬਦਾ 'ਚ ਨਾ ਜਾਵੇ। ਤੇ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸ਼ਬਦ ਦੇ ਆਸਰੇ ਦੁਆਰਾ ਸਾਡਾ ਮਨ ਰੁਕ ਜਾਂਦਾ। ਜਿਉਂ ਮੰਦਰ ਕੋ ਥਾਮੇ ਥਾਮਣ ਤੇ ਗੁਰ ਕਾ ਸ਼ਬਦ ਮਨੇ ਅਸ ਥਾਮਣ। ਵੀ ਗੁਰੂ ਦੇ ਸ਼ਬਦ ਇਹਨੂੰ ਥੰਮ ਲਾਉਣਾ, ਆਸਰਾ ਦੇਣਾ ਵੀ, ਤਾਂ ਕਿ ਸਾਡਾ ਮਨ ਰੁਕ ਜੀ। ਗਿਆਨ ਦਾ ਵਾਧਾ ਹੋਇਆ ਸਾਡਾ ਮਨ ਰੁਕ ਜਾਂਦਾ। ਨਾਲ ਨਾਲ ਇਹ ਸਿਮਰਨ ਕਰਨਾ ਤੇ ਗਿਆਨ ਦੀ ਮੱਤ ਦੇਣੀ ਗੁਰੂ ਦੀ। ਮਹਾਰਾਜ ਤਾਈਓ ਫਰਮਾਉਂਦੇ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਵੀ ਗਿਆਨ ਦਾ ਬੱਧਾ ਹੋਇਆ ਰੁਕ ਜਾਂਦਾ, ਤੇ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ। ਤੇ ਇਸ ਵਾਸਤੇ ਸਤ ਸੰਗਤ ਤਾਈਓ ਮਹਾਰਾਜ ਕਹਿੰਦੇ, ਬਿਨ ਗੁਰ ਸ਼ਬਦ ਨਾ ਛੂਟੀਏ, ਦੇਖੋ ਵਿਚਾਰਾ ਜੇ ਲਗ ਕਰਮ ਕਮਾਵਈ, ਬਿਨ ਗੁਰ ਅੰਧਿਆਰਾ। ਵੀ ਗੁਰੂ ਤੋਂ ਬਿਨਾਂ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ। ਉਹਦਾ ਚਾਹੇ ਅਸੀਂ ਲੱਖਾਂ ਕਰਮ ਕਰ ਲਈਏ ਬਾਹਰ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਏਗਾ, ਸਾਨੂੰ ਅੰਦਰ ਦਾ ਭੇਤ ਨਹੀਂ ਆਏਗਾ। ਇਸ ਵਾਸਤੇ ਫਿਰ ਅਸੀਂ ਸਤ ਸੰਗਤ ਕਰਨੀ ਹੁੰਦੀ, ਸ਼ਬਦ ਦਾ ਅਭਿਆਸ ਕਰਨਾ ਹੁੰਦਾ, ਤਾਂ ਕਿ ਸਾਨੂੰ ਸਾਡੇ ਅੰਦਰ ਦੀ ਸੋਝੀ ਆਵੇ, ਅੰਦਰ ਦਾ ਭੇਤ ਆਵੇ। ਉਹਦੇ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਜਦੋਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸਹਿਜ ਵਿੱਚ ਵਿਚਾਰਨਾ, ਖੋਜਣਾ, ਤਾਂ ਕਿ ਆਪਣਾ ਮਨ ਵਿਚਾਰਾਂ 'ਚ ਨਾ ਜਾਵੇ ਪਾਸੇ। ਆਦੇ ਵੱਧ ਤੋਂ ਵੱਧ ਹੀ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਰੋਜ਼, ਵੀ ਤਾਂ ਕਿ ਆਪਣੇ ਮਨ ਨੂੰ ਵੀ ਹੋ ਜੇ ਅਸੀਂ ਇਹ ਗਿਆਨ ਨੂੰ ਹਿਰਦੇ 'ਚ ਵਸਾ ਲਈਏ, ਤੇ ਇੱਕ ਕਮਾਈ ਕਰਕੇ ਆਪਾਂ ਆਪਣੇ ਘਰ ਜਾ ਸਕੀਏ, ਮਾਲਕ ਨਾਲ ਮਿਲਾਪ ਕਰ ਸਕੀਏ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੁੰਦੀ। ਸੋ ਇੰਨੀਆਂ ਹੀ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।